ਘਟਨਾਵਾਂ ਦਾ ਕ੍ਰਮ ਬੜੀ ਤੇਜ਼ੀ ਨਾਲ ਬਦਲ ਰਿਹਾ ਸੀ। 31 ਅਕਤੂਬਰ 1984 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਉਹਨਾਂ ਦੇ ਇਸ ਕਤਲ ਵਿੱਚ ਉਹਨਾਂ ਦੇ ਹੀ ਦੋ ਅੰਗ ਰਕਸ਼ਕ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਬੇਅੰਤ ਸਿੰਘ ਨੂੰ ਤਾਂ ਘਟਨਾ ਸਥਲ ਤੇ ਹੀ ਕਿਸੇ ਹੋਰ ਅੰਗ ਰਕਸ਼ਕ ਨੇ ਗੋਲੀ ਮਾਰ ਕੇ ਮਾਰ ਦਿੱਤਾ, ਜਦਕਿ ਸਤਵੰਤ ਸਿੰਘ ਤੇ ਮੁਕੱਦਮਾ ਚਲਾ ਕੇ ਉਸ ਨੂੰ ਫਾਂਸੀ ਦੇ ਦਿੱਤੀ ਗਈ। ਜਦੋਂ ਇਸ ਘਟਨਾ ਬਾਰੇ ਬੇਅੰਤ ਸਿੰਘ ਦੀ ਪਤਨੀ ਬਿਮਲ ਖਾਲਸਾ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, ਦਰਬਾਰ ਸਾਹਿਬ ਦੀ ਬੇਅਦਬੀ ਤੋਂ ਬਾਅਦ, ਅਟੈਕ ਹੋਣ ਤੋਂ ਬਾਅਦ ਹਰੇਕ ਸਿੱਖ ਦਾ ਹਿਰਦਾ ਜਿਹੜਾ ਸੀ ਦੁਖੀ ਸੀ। ਤੋਂ ਸ਼ਹੀਦ ਬੇਅੰਤ ਸਿੰਘ ਵੀ ਉਹਨਾਂ ਮਤਲਬ ਸਿੱਖਾਂ ਵਿੱਚੋਂ ਇੱਕ ਸੀ ਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਨਹੀਂ ਸਹਾਰਿਆ। ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਆਪਣੇ ਆਪ ਵਿੱਚ ਬੜੀ ਦੁਖਦਾਈ ਘਟਨਾ ਸੀ, ਪਰ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਉੱਠੇ। ਇਹਨਾਂ ਦੰਗਿਆਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਜਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਸੈਂਕੜੇ ਨੌਜਵਾਨ ਬੱਚੀਆਂ ਦੀ ਇੱਜ਼ਤ ਲੁੱਟ ਲਈ ਗਈ। ਸਰਕਾਰੀ ਅਨੁਮਾਨ ਅਨੁਸਾਰ ਕੇਵਲ ਦਿੱਲੀ ਵਿੱਚ ਹੀ 2,500 ਤੋਂ ਵੱਧ ਔਰਤਾਂ ਵਿਧਵਾ ਹੋ ਗਈਆਂ। ਇਹਨਾਂ ਦੰਗਿਆਂ ਦਾ ਬਹੁਤਾ ਪ੍ਰਕੋਪ ਦਿੱਲੀ ਤੋਂ ਇਲਾਵਾ ਕਾਨਪੁਰ, ਇੰਦੌਰ, ਬੁਖਾਰੋ ਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਬੜਾ ਭਿਆਨਕ ਸੀ। ਸਾਰੇ ਦੇਸ਼ ਵਿੱਚ ਸਿੱਖਾਂ ਦੀ ਅਰਬਾਂ ਰੁਪਏ ਦੀ ਸੰਪत्ति ਤਬਾਹ ਕਰ ਦਿੱਤੀ ਗਈ। ਕੇਵਲ ਦਿੱਲੀ ਵਿੱਚ ਹੀ ਸੈਂਕੜੇ ਗੁਰਦੁਆਰਿਆਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਤੇ ਹਜ਼ਾਰਾਂ ਪਾਵਨ ਪਵਿੱਤਰ ਬੀੜਾਂ ਜਲਾ ਕੇ ਰਾਖ ਕਰ ਦਿੱਤੀਆਂ ਗਈਆਂ। ਦੰਗਾ ਕਰਨ ਵਾਲੇ ਇਹ ਭੁੱਲ ਗਏ ਸਨ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗ੍ਰੰਥ ਸਮਝ ਕੇ ਸਾੜਿਆ ਜਾ ਰਿਹਾ ਹੈ, ਉਸ ਵਿੱਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਰਾਮਾਨੰਦ ਅਤੇ ਬਾਬਾ ਫਰੀਦ ਦੀ ਵੀ ਬਾਣੀ ਦਰਜ ਹੈ, ਜਿਸ ਨੂੰ ਲੱਖਾਂ ਸਿੱਖ ਹਰ ਰੋਜ਼ ਮੱਥਾ ਟੇਕਦੇ ਤੇ ਸਤਿਕਾਰ ਦਿੰਦੇ ਹਨ। ਗੈਰ ਸਰਕਾਰੀ ਅਨੁਮਾਨ ਅਨੁਸਾਰ ਇਹਨਾਂ ਦੰਗਿਆਂ ਵਿੱਚ 20,000 ਦੇ ਕਰੀਬ ਸਿੱਖ ਮਾਰੇ ਗਏ ਸਨ। ਮੇਰੇ ਪੋਤਰਿਆਂ ਨੂੰ, ਫਿਰ ਵਿਚਾਰਿਆਂ ਨੂੰ ਇਸ ਤਰ੍ਹਾਂ ਸ਼ਹੀਦ ਕੀਤੇ ਗਏ ਕਿ ਅਸੀਂ ਉਹਨਾਂ ਦੀ ਕੋਈ ਗੱਲ ਕਰ ਨਹੀਂ ਸਕਦੇ ਵੀ। ਵਿਚਾਰਿਆਂ ਨੂੰ ਐਸਾ ਉਹਨਾਂ ਨੂੰ ਨਾਲੇ ਦੇ ਵਿੱਚ ਡੋਬ ਕੇ ਸੀਏ ਦੇ ਕੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। मेरी कुड़ी का सिर फाड़ दिता। फिर लड़की कहने लगी मेरा भाई बचा ले, छोड़ दे, मैनू मार दे, मेरा भाई छड़ दो, मेरी माँ का सारा बन जाएगा। कोई बंगी थे, मुसलमान थे, इस्लाम था, उद्दल था, गुप्ता था, हाँ सारे थे, सारे इस इलाके के थे। जब भाग गए ना तो डप्पा थे, बल्ले मुझको ऐसे घोप देते थे तो वो कहते हाय रे मैं मर गया रे। फिर वो हाथ ऊपर करते तो उसको लाठी मार के सिर पे जिंदे को आग लगा गए। मेरे मुंडे को जिन्ने को आग लगाई, जैसे मेरी गोदी में खिंच गए। 3 साल के बच्चे मार दिए, 3 साल के 2 महीने 3 साल के बच्चे वो बीतेगी उसके दिल पे। शिकल देख कैसी हो रही मेरी मुंडी, ऐसे जला दी, आग में से काट के मार के पहले यहाँ से गर्दन काट के आग में जला दी। 1000-2000 ਬੰਦਿਆਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। ਹਮਲਾ ਕਰਤਾ, ਅਸੀਂ ਗੁਰਦੁਆਰਾ ਬਚਾਉਣ ਵਾਸਤੇ ਆਏ ਤੇ ਬੰਦੇ ਦੌੜ ਜਾਂਦੇ। ਫਿਰ ਅਸੀਂ ਨਸਾ ਕੇ ਬਚਾ ਕੇ ਆ ਜਾਂਦੇ, ਫਿਰ ਵਾਪਸ ਆ ਜਾਂਦੇ। ਇੰਨੀ ਚਿਰ 2-3 ਘੰਟੇ ਅਸੀਂ ਇਸ ਤਰ੍ਹਾਂ ਹੀ ਕੀਤਾ। ਉਸ ਤੋਂ ਬਾਅਦ ਜੀ ਸਾਹਿਬ ਪੁਲਿਸ ਆ ਗਈ। ਉਹਨਾਂ ਨੇ ਕਿਹਾ ਜੀ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਓ, ਅਸੀਂ ਤੁਹਾਡੀ ਸ਼ਾਂਤੀ ਕਰਾ ਦੇਵਾਂਗੇ। ਅਸੀਂ ਸ਼ਾਂਤੀ ਵਾਸਤੇ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਸ਼ਾਂਤੀ ਤੇ ਹੋਈ ਨਹੀਂ। ਬੰਦੇ ਫਿਰ ਆਪਣੇ ਆਪਣੇ ਘਰ ਚਲੇ ਗਏ। ਇੱਕ 2-2 ਬੰਦੇ ਸੀ ਉਦੋਂ। ਫਿਰ ਬੰਦੇ 1-200, 300 ਇੱਕ ਬੰਦੇ ਦੇ ਘਰ ਦੇ ਚੜ ਗਿਆ, ਪੱਥਰਾਂ ਨਾਲ ਮਾਰਿਆ, ਮਿੱਟੀ ਦਾ ਤੇਲ ਸਾੜਿਆ, ਉੱਤੇ ਅੱਗ ਲਾ ਕੇ ਬੰਦੇ ਨੂੰ ਮਾਰ ਕੇ ਸੱਟ ਗਏ। ਅੱਧਾ ਮਰਿਆ, ਅੱਧਾ ਨਹੀਂ ਮਰਿਆ, ਪਿਆ ਰਿਹਾ ਜੀ। ਫਿਰ ਇਹ ਗੁਰਦੁਆਰਾ ਸਾਰਾ ਤੋੜ ਦਿੱਤਾ ਪੂਰਾ। ਬਾਬਾ ਸਾਹਿਬ ਦੀ ਪੂਰੀ ਬੇਟ ਦੀ ਬੇਇੱਜ਼ਤੀ ਕੀਤੀ। ਸਾਰੀ ਕਲੋਨੀ ਦੇ ਬੰਦੇ ਘੱਟੋ ਨਾ 200-300 ਬੰਦਾ ਸਾਡਾ ਇੱਧਰ ਦਾ ਮਰਿਆ। ਤੁਹਾਡੀ ਲਾਸ਼ਾਂ ਦਾ ਕੀ ਹੋਇਆ? ਲਾਸ਼ਾਂ ਦਾ ਜੀ ਪੁਲਿਸ ਲੈ ਗਈ, ਪਤਾ ਨਹੀਂ ਕਿੱਥੇ ਸਿੱਟੀਆਂ, ਕੋਈ ਪਤਾ ਨਹੀਂ। ਜਿਹੜੇ ਇੱਥੇ ਸੀ 50-100 ਬੰਦੇ ਦੇ ਇੱਥੇ ਸੜ ਗਏ, ਇੱਥੇ ਹੀ ਮਰ ਗਏ, ਇੱਥੇ ਹੀ ਪੈ ਰਹੇ। ਉਹਨਾਂ ਨੂੰ ਕੁੱਤੇ ਬਿੱਲੇ ਖਾ ਗਏ ਵਿਚਾਰਿਆਂ ਨੂੰ, ਕੋਈ ਪਤਾ ਨਹੀਂ। ਦੇਸ਼ ਵਿੱਚ ਸਿੱਖ ਭਾਈਚਾਰੇ ਉੱਪਰ ਇੰਨਾ ਵੱਡਾ ਕਹਿਰ ਟੁੱਟਿਆ, ਪਰ ਦੇਸ਼ ਦਾ ਹੁਕਮਰਾਨ ਇਹ ਕਹਿ ਕੇ ਸਪਸ਼ਟੀਕਰਨ ਦੇ ਰਿਹਾ ਸੀ ਕਿ ਜਦੋਂ ਵੱਡਾ ਦਰਖਤ ਗਿਰਦਾ ਹੈ ਤਾਂ ਧਰਤੀ ਹਿਲਦੀ ਹੀ ਹੈ। ਦੇਸ਼ ਦਾ ਆਮ ਸਿੱਖ ਇਹ ਸੋਚ ਰਿਹਾ ਸੀ ਕਿ ਕੀ ਇਹ ਧਰਤੀ ਸਿਰਫ ਸਿੱਖਾਂ ਵਾਸਤੇ ਹੀ ਹਿਲਣੀ ਸੀ। ये तो हम तो खुलेआम कहते हैं कि जिस देश का प्रधानमंत्री इतने लोगों की हत्या हो और उसके बाद कहे कि साहब बड़ा कोई पेड़ गिरता है तो पत्ता झड़ता ही है,
तो ये कोई मतलब है कि कोई सद्भावना के दृष्टिकोण से अच्छा नहीं है। It was very sad that Indira Gandhi was assassinated. Very sad. But what followed later was sadder still. Much more sadder than. And explanations like a huge tree falling and hence there would be a small shudder around, I think they don't serve much purpose. They do not. And this thing is very, very difficult to erase from the mind. You know, I mean, any society in which the police, the administration, the Prime Minister can justify the killing of 5,000 innocent people, some of them children, you know, I mean, because this was not terrorist killings, this was killings by the state. It was pogroms. And you know, I mean, that's what we're paying for now, because you've totally alienated an entire community. ਇਨ੍ਹਾਂ ਸਿੱਖ ਵਿਰੋਧੀ ਦੰਗਿਆਂ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ अनेक सिख परिवारों की जान बचाई। मेरे पड़ोस में जो हैं बहुत अच्छे लोग हैं, इसकी वजह से मैं आज जिंदा हूँ। मेरा माल भी सुरक्षित है, मेरे मकान भी सुरक्षित हैं। ये मेरे पड़ोसी हैं बच्चे, इन्होंने मेरी बहुत रक्षा की है। मुझे बिल्कुल कोई तंगी नहीं हुई, ना यहाँ ना वहाँ। जिथे सिख विरोधी दंगियां ने देश विच आतंकवादी समस्यावां नूं होर गंभीर बना दिता, उत्थे विदेशां विच वसदे सिखां ने खुल्लम खुल्ला खालिस्तान दी गल करनी शुरू कर दी। और जिन्ना चिर ताईं असी ये सारे हिंदुस्तान दे विचों ये जिहड़ा जे असी सिख कल्चर नूं बचाउणा, सिख नेशन नूं बचाउणा, असी नेशनहुड दी वड्डी गल आ, ਉਹ ਤਾਂ ਹੀ ਸੁਰੱਖਿਅਤ ਹੋ ਸਕਦੀ ਆ। ਉਹ ਕੌਮਾਂ ਜਾਣੀਆਂ ਜਾਂਦੀਆਂ ਨੇ ਜਿਨ੍ਹਾਂ ਕੌਮਾਂ ਦੇ ਆਪਣੇ ਮੁਲਕ ਹੁੰਦੇ ਨੇ। ਉਹ ਪੁਰਾਣਾ ਇੱਕ ਅੰਗਰੇਜ਼ੀ ਦਾ ਮੁਹਾਵਰਾ, ਓਨਲੀ ਦੋਜ਼ ਨੇਸ਼ਨਸ ਆਰ ਨੋਨ ਵਿਚ ਹੈਵ ਦੀ ਸਟੇਟਸ ਔਰ ਵਿਚ ਕ੍ਰੀਏਟ ਦੀ ਸਟੇਟਸ। ਇਹਨਾਂ ਹਾਲਾਤ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਬਣਨਾ ਉਹ ਇੱਕ ਖਾਲਸਾ ਨੇਸ਼ਨ ਨੂੰ, ਨੇਸ਼ਨਹੁਡ ਨੂੰ ਕਾਇਮ ਰੱਖਣ ਵਾਸਤੇ ਬਹੁਤ ਜ਼ਰੂਰੀ ਸੀ। ਇਹੀ ਆਵਾਜ਼ ਦੇਸ਼ ਦੇ ਕਈ ਨੌਜਵਾਨ ਵੀ ਉਠਾਉਣ ਲੱਗ ਪਏ। ਰਾਜ ਜਿਹੜੀ ਸ਼ਕਤੀ ਆ, ਉਹ ਤੋਂ ਬਗੈਰ ਕੋਈ ਕੌਮ ਦੀ, ਕਿਸੇ ਕੌਮ ਦੀ ਹੋਂਦ ਸੁਰੱਖਿਅਤ ਰਹਿ ਨਹੀਂ ਸਕਦੀ। ਹਿੰਦੁਸਤਾਨ ਦੇ ਬਣਨ ਤੇ ਕਿਸੇ ਨੂੰ ਇਤਰਾਜ਼ ਨਹੀਂ, ਪਾਕਿਸਤਾਨ ਦੇ ਕਿਸੇ ਬਣਨ ਤੇ ਕਿਸੇ ਨੂੰ ਇਤਰਾਜ਼ ਨਹੀਂ। ਜੇ ਖਾਲਿਸਤਾਨ ਹੋਂਦ ਜਾਏਗਾ ਤੇ ਇਤਰਾਜ਼ ਵਾਲੀ ਕਿਹੜੀ ਗੱਲ ਆ? ਬਾਕੀ ਕੌਮਾਂ ਦੇ ਰਾਜ ਨੇ। I think it's an exaggeration to say that one group demands Khalistan. I would go far and say practically no Sikh demands Khalistan. This is a very small lunatic fringe which demands Khalistan. यानी हुन इन नटशेल जे मैं आर्गूमेंट करा ते मैं ये चाहना कि खालिस्तान दी मूवमेंट गलत है। खालिस्तान दी मूवमेंट लोगों वास्ते, भले वास्ते नहीं है, पर उन्हां नूं तुसी इंज नहीं दबा सकते। इंज दबाओगे तो कोई ना कोई गलत नतीजे निकलेंगे। 1986 विच राजीव लोंगोवाल समझौता होया। हर पासे आशा दी किरण दिखाई दिती कि हुण पंजाब विच ओ अमन परत आएगा जिस दी उन्हां नूं तलाश है। इस तो पहला कि पंजाब विच फिर अमन कायम हुंदा, किसे ने इस अमन दे चेहरे ते भी कालख पोच दिती सी। संत लोंगोवाल नूं किसे ने गोली मार के शहीद कर दिता सी। सरकारी रस्मां दी लोकाचारी करके उन्हां दा संस्कार कर दिता गया। संत लोंगोवाल दे शहीद हो जाण मगरों पंजाब विच विधान सभा चोणां होईयां। लोकां नूं इह डर सी कि इन्हां चोणां दे दौरान बहुत खून खराबा होवेगा, पर अजिहा कुछ भी ना होया। लोग पंजाब विच अमन ते शांति चाहुंदे सन।